एका जिंदाबाद। ये सारे पंजाब के अंदर ये मजदूर मंगा ते डीसी दफ्तर के घर हो रहे हैं ते अज आपां भी मुक्तसर शहर जेड़े पिंड इकट्ठे हो गए अज मुक्तसर डीसी दफ्तर जिहड़ा पंजाब सरकार मुर्दाबाद। इथों दा बुच्चड़ डीसी मुर्दाबाद। पंजाब खेत मजदूर यूनियन के बाज सिंह भुट्टी वाला वो तैयार रहना ते आगुआं नूं बेनती है कि एक मिनट पहले सर की नाम अपना किहड़ी जथेबंदी? मैं पंजाब खेत मजदूर यूनियन का जिला कमेटी मैंबर हाँ। सर मुक्ति मीनार तुसीं बार-बार आ रहे हो, की करना जी? ਇਹ ਸਾਡੀ ਖੇਤ ਮਜ਼ਦੂਰਾਂ ਦੀਆਂ ਜੋ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਇਦੋਂ ਵਾਲੀਆਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਮੰਨ ਲਿਆ ਪਰ ਕੁਝ ਉਹਨਾਂ ਨੇ ਲਾਗੂ ਵੀ ਕਰਤੀਆਂ ਸੀ ਪਰ ਹਜੇ ਪੂਰੇ ਰੂਪ 'ਚ ਲਾਗੂ ਨਹੀਂ ਹੋਈਆਂ। ਜਿਹੜੀ ਇਸ ਸਰਕਾਰ ਨੇ ਸਾਡੇ ਖੇਤ ਮਜ਼ਦੂਰਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਨੇ ਕਿਉਂਕਿ ਜਦੋਂ ਆਉਣ ਤੋਂ ਪਹਿਲਾਂ ਬਹੁਤ ਸਾਰੇ ਸਾਡੇ ਖੇਤ ਮਜ਼ਦੂਰਾਂ ਨੂੰ ਉਹ ਝਾਸੇ ਦਿੱਤੇ ਗਏ, ਬਹੁਤ ਸਾਰੀਆਂ ਉਹਨਾਂ ਨਾਲ ਲਾਰੇ ਲਾਏ ਗਏ ਕਿ ਸਾਡੀ ਸਰਕਾਰ ਆਉਣ ਦਿਓ ਜਿਹੜੇ ਕਿਉਂਕਿ ਦੂਜੇ ਦਾ 75 ਸਾਲ ਤੁਹਾਨੂੰ ਲੁੱਟਦੇ ਰਹੇ ਆ, ਇਸ ਕਰਕੇ ਸਾਡੀ ਸਰਕਾਰ ਆਊਗੀ ਉਹ ਤੁਹਾਡੀ ਸਰਕਾਰ ਹੋਊਗੀ, ਤੁਸੀਂ ਜੋ ਵੀ ਮਰਜ਼ੀ ਤੁਹਾਡੇ ਕੰਮ ਹੋਣਗੇ ਅਸੀਂ ਪਹਿਲ ਦੇ ਆਧਾਰ 'ਤੇ ਕਰਾਂਗੇ। ਪਰ ਅੱਜ ਦੀ ਜਦੋਂ ਤੱਕ ਹੁਣ ਸਰਕਾਰ ਬਣੀ ਨੇ ਜਿੱਡੀਆਂ ਆਸਾਂ ਤੇ ਉਮੀਦਾਂ ਨਾਲ ਲੋਕਾਂ ਨੇ ਇਹਨਾਂ ਨੂੰ 72% ਵੋਟਾਂ ਪਾ ਕੇ ਉਹ ਸਰਕਾਰ ਲੈ ਕੇ ਆਉਂਦੀ ਆ 92% ਤੇ ਜੇ ਉਹ ਸਰਕਾਰ ਅੱਜ ਉਹਨਾਂ ਖੇਤ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਉਹਨਾਂ ਦੀ ਕੋਈ ਸਾਰ ਨਹੀਂ ਲਈਦੀ। ਤੁਸੀਂ ਦੇਖੋ ਪਿਛਲੇ ਦਿਨ ਹੀ ਇਹਨਾਂ ਨੇ ਬਜਟ ਪੇਸ਼ ਕੀਤਾ ਹੈ, ਉਸ ਬਜਟ ਦੇ ਵਿੱਚ ਖੇਤ ਮਜ਼ਦੂਰਾਂ ਦੇ ਵਾਸਤੇ ਇੱਕ ਸ਼ਬਦ ਨਹੀਂ ਬੋਲਿਆ। ਤੁਸੀਂ ਉਹ ਬਜਟ ਸਾਰਾ ਤੁਸੀਂ ਸ਼ਾਇਦ ਦੇਖਿਆ ਹੋਣਾ ਕਿ ਜਣੇ ਖੇਤ ਮਜ਼ਦੂਰਾਂ ਵਾਸਤੇ ਇੱਕ ਸ਼ਬਦ ਨਹੀਂ ਬੋਲਿਆ ਗਿਆ ਵੀ ਯਾਰ ਇਹ ਕੀ ਕਹੀਏ ਨੇ ਸਰਕਾਰ ਨੂੰ ਵੀ ਜਿਹੜੀ ਕਹਿੰਦੀ ਸੀ ਸਾਡੇ ਖੇਤ ਮਜ਼ਦੂਰਾਂ ਵਾਸਤੇ ਅਸੀਂ ਪਹਿਲ ਦੇ ਆਧਾਰ 'ਤੇ ਆਵਾਂਗੇ ਅਤੇ ਪਹਿਲ ਦੇ ਆਧਾਰ 'ਤੇ ਉਹਨਾਂ ਦੀ ਸਾਰ ਲਵਾਂਗੇ, ਪਰ ਅੱਜ ਉਹਨਾਂ ਨੂੰ ਖੇਤ ਮਜ਼ਦੂਰਾਂ ਨੂੰ ਵਸਾਰਿਆ ਹੋਇਆ ਹੈ। ਖੇਤ ਮਜ਼ਦੂਰਾਂ ਦੀ ਥੱਲੇ ਹਾਲਤ ਕੀ ਹੈ ਕਿ ਅੱਜ ਕਰਜ਼ੇ ਕਾਰਨ ਕਰਕੇ ਸਾਡੀਆਂ ਜਿਹੜੀਆਂ ਔਰਤਾਂ ਨੇ ਉਹ 4-4 5-5 ਕੰਪਨੀਆਂ ਦੇ ਪੈਸੇ ਚੱਕ ਰਹੀਆਂ ਨੇ ਅਤੇ ਉਹਨਾਂ ਨੂੰ ਜਦੋਂ ਕਿਸ਼ਤ ਨਹੀਂ ਭਰੀ ਜਾ ਰਹੀ ਅਤੇ ਆਉਣ ਵਾਲੇ ਦਿਨ 'ਚ ਹਾਲਾਤ ਇਹ ਬਣਨੇ ਨੇ ਕਿ ਜਿੱਥੇ ਸਾਡੇ ਬੰਦੇ ਅੱਗੇ ਆਤਮ ਹੱਤਿਆ ਕਰਦੇ ਖੁਦਕੁਸ਼ੀਆਂ ਕਰਦੇ ਸੀ ਹੁਣ ਸਾਡੀ ਵੱਡੀ ਗਿਣਤੀ 'ਚ ਔਰਤਾਂ ਨੂੰ ਇਸ ਗੇੜ 'ਚ ਪੈਣਾ ਕਿਉਂਕਿ ਪਿੰਡਾਂ ਦੇ ਵਿੱਚ ਫਸਲਾਂ ਮਰ ਗਈਆਂ, ਨਰਮੇ ਮਰ ਗਏ, ਪਹਿਲਾਂ ਮਰੀਆਂ ਹੋਈਆਂ ਨਾ ਨਰਮੇ ਦਾ ਮੁਆਵਜ਼ਾ ਮਜ਼ਦੂਰਾਂ ਨੂੰ ਦਿੱਤਾ ਨਹੀਂ, ਆ ਦੁਬਾਰੇ ਫਿਰ ਨਰਮਾ ਮਰ ਗਿਆ। ਹੁਣ ਸਾਡੇ ਕਰਜ਼ਾ ਹੋਰ ਸਾਡੀ ਭੁੱਖਮਰੀ ਅਤੇ ਗਰੀਬੀ ਦੇ ਨਾਲ ਸਾਡੇ ਖੇਤ ਮਜ਼ਦੂਰਾਂ ਦੇ ਘਰਾਂ 'ਚ ਹੋਰ ਬੁਰੀ ਹਾਲਤ ਹੋਣੀ ਆ, ਉਹ 70 ਵਿਛੜੇ ਆ, ਉਹਦੀ ਜ਼ਿੰਮੇਵਾਰ ਇਹ ਮਾਨ ਸਰਕਾਰ ਹੋਊਗੀ ਕਿਉਂਕਿ ਜਿਹੜੀ ਮਾਨ ਸਰਕਾਰ ਨੇ ਸਾਡੇ ਲੋਕਾਂ ਨਾਲ ਵਾਅਦੇ ਕਰਕੇ ਹੁਣ ਤੱਕ ਸਾਰ ਨਹੀਂ ਲਈ। ਇਸ ਕਰਕੇ ਅਸੀਂ ਮਜਬੂਰੀ ਵਸ ਇੱਥੇ ਹੁਕੂਮਤ ਨੂੰ ਦੱਸਣ ਆਏ ਹਾਂ ਕਿ ਜੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਨੇ ਉਹਨਾਂ ਨੂੰ ਲਾਗੂ ਕਰੋ, ਜੇ ਲਾਗੂ ਨਹੀਂ ਕਰਦੇ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਉਹਨਾਂ ਵਾਸਤੇ ਇਹ ਖੇਤ ਮਜ਼ਦੂਰ ਕੋਈ ਸਮੱਸਿਆ ਖੜੀ ਕਰਨਗੇ, ਉਹਦੀ ਜ਼ਿੰਮੇਵਾਰੀ ਇੱਥੋਂ ਦੀ ਮਾਨ ਸਰਕਾਰ ਹੋਊਗੀ। ਨਹੀਂ ਸਾਡੇ ਖੇਤ ਮਜ਼ਦੂਰਾਂ ਨੂੰ ਜੋ ਵੀ ਉਹਨਾਂ ਦੇ ਕਰਜ਼ੇ ਨੇ ਨਰਮੇ ਦੀ ਚੁਗਾਈ ਦਾ ਮੁਆਵਜ਼ਾ, ਉਹਨਾਂ ਦੇ ਕਮਰੇ ਆ, ਉਹਨਾਂ ਦੇ ਚੜੇ ਹੋਏ ਸਰ ਕਰਜ਼ੇ ਆ ਉਹ ਖਤਮ ਕੀਤੇ ਜਾਣ। ਜੇ ਆ ਪਿਛਲੇ ਦਿਨ ਤੁਸੀਂ ਦੇਖਿਆ ਨੇ ਕਿ ਮੋਦੀ ਹੁਕੂਮਤ ਨੇ 1200 ਕਰੋੜ ਰੁਪਈਆ ਇੱਕ ਹੁਣੇ ਉਹ ਕਾਰਪੋਰੇਟ ਘਰਾਣਿਆਂ ਨੂੰ ਤਾਂ ਮਾफ़ ਕਰਤਾ। ਸਾਡੇ ਖੇਤ ਮਜ਼ਦੂਰਾਂ ਦੇ ਕਰਜ਼ੇ ਕਿੰਨੇ ਕਾ ਕਿਸੇ ਲੱਖ ਰੁਪਈਆ ਇੱਕ ਮਜ਼ਦੂਰ ਸਿਰ ਹੈ ਨਹੀਂ ਕਰਜ਼ਾ, ਲੱਖ ਤੋਂ ਥੱਲੇ ਨੇ, ਪਰ ਉਹਨਾਂ ਦੇ ਕਰਜ਼ਾ ਮਾफ़ ਕਰਨ ਤੋਂ ਭੱਜੇ ਹੋਏ ਨੇ, ਡਰਦੇ ਨੇ। ਇਸ ਕਰਕੇ ਅਸੀਂ ਇਹ ਸਾਰੀਆਂ ਮੰਗਾਂ ਲਾਗੂ ਕਰਾ ਕੇ ਰਹਾਂਗੇ ਜਿੰਨਾ ਚਿਰ ਸਰਕਾਰ ਸਾਡੇ ਮਜ਼ਦੂਰਾਂ ਵੱਲ ਧਿਆਨ ਨਹੀਂ ਦਿੰਦੀ। ਅਸੀਂ ਆਉਣ ਵਾਲੇ ਦਿਨਾਂ 'ਚ ਹੋਰ ਵੱਡਾ ਇਸ ਨੂੰ ਲਾਮਬੰਦ ਕਰਾਂਗੇ, ਵੱਡੀ ਗਿਣਤੀ 'ਚ ਲੋਕਾਂ ਨੂੰ ਤਿਆਰ ਕਰਾਂਗੇ। ਹੁਣ ਇਸ ਤੋਂ ਬਾਅਦ ਵਿਹਲੇ ਹੀ ਹਾਂ, ਹੁਣ ਕੋਈ ਕੰਮ ਹੈ ਨਹੀਂ ਸਾਡੇ ਕੋਲ, ਖੇਤਾਂ 'ਚ ਕੰਮ ਮੁੱਕ ਗਿਆ, ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅਸੀਂ ਤਿਆਰ ਹਾਂ। ਨਾਨਕ ਚੰਦ ਜੀ, ਪੰਜਾਬ ਖੇਤ ਮਜ਼ਦੂਰ ਸਭਾ। ਸਰ ਤੁਸੀਂ ਅੱਜ ਮੁਕਤੀ मीनार ਵਿੱਚ ਧਰਨਾ ਲਗਾਏ ਬੈਠੇ ਹੋ, ਕੀ ਕਾਰਨ ਹੈ? ਇਹ ਕਾਰਨ ਹੈ ਜਿਹੜੀ ਸਰਕਾਰ ਬਣੀ ਹੈ ਇਹਨੇ ਮਜ਼ਦੂਰਾਂ ਨੂੰ ਲਾਰੇ ਦਿੱਤੇ ਸੀ ਵੀ ਤੁਹਾਡਾ ਜੀਵਨ ਪੱਧਰ ਉੱਚਾ ਚੁੱਕਿਆ ਜਾਊਗਾ, ਤੁਹਾਡੀ ਸਿਹਤ ਸਹੂਲਤ ਦਿੱਤੀਆਂ ਜਾਣਗੀਆਂ, ਤੁਹਾਡੇ ਬੱਚਿਆਂ ਦੀ ਪੜ੍ਹਾਈ ਵਧੀਆ ਕੀਤੀ ਜਾਊ। ਉਹ ਜਿੰਨੇ ਵੀ ਇਹਨਾਂ ਨੇ ਲਾਰੇ ਲਾਏ ਸੀ ਕੋਈ ਵੀ ਵਾਅਦਾ ਜਿਹੜਾ ਵਾਅਦਾ ਸੀ ਉਹ ਕੋਈ ਪੂਰਾ ਨਹੀਂ ਕੀਤਾ। ਗਰੀਬ ਜਮਾਤ ਬਹੁਤ ਦੁਖੀ ਹੋਈ ਪਈ ਹੈ, ਲੋਕਾਂ ਦੇ ਮੀਂਹ ਨਾਲ ਮਕਾਨ ਜਿਹੜੇ ਸੀ ਉਹ ਡਿੱਗੇ ਪਏ ਹੈ। ਇਹਨਾਂ ਨੇ ਕਿਹਾ ਸੀ ਸਰਵੇ ਬਾਅਦ 'ਚ ਕਰਾਂਗੇ, ਪੈਸੇ ਪਹਿਲਾਂ ਦੇਵਾਂਗੇ। ਹਾਲੇ ਤੱਕ ਪੰਜਾਬ ਦੇ ਕਿਸੇ ਇੱਕ ਪਿੰਡ ਦਾ ਨਾਂ ਲੈ ਕੇ ਵਿਖਾ ਦੇਣ ਮਾਨ ਸਰਕਾਰ ਕਿ ਅਸੀਂ ਉਸ ਪਿੰਡ ਦੇ ਵਿੱਚ ਮੁਆਵਜ਼ਾ ਦਿੱਤਾ ਹੈ। ਅਜੇ ਤੱਕ ਕਿਸੇ ਪਿੰਡ 'ਚ ਸਰਵੇ ਵੀ ਨਹੀਂ ਕੀਤਾ, ਕਿਸੇ ਪਿੰਡ 'ਚ ਕਿਸੇ ਮਕਾਨ ਦਾ ਮੁਆਵਜ਼ਾ ਵੀ ਦਿੱਤਾ।
ਗਰੀਬਾਂ ਦੀ ਬਹੁਤ ਬੁਰੀ ਹਾਲਤ ਹੋਈ ਪਈ ਹੈ। ਸਰਕਾਰ ਮਜ਼ਦੂਰਾਂ ਵੱਲ ਬਿਲਕੁਲ ਧਿਆਨ ਨਹੀਂ ਕਰ ਰਹੀ। ਸਰਕਾਰ ਆਉਣ ਤੋਂ ਪਹਿਲਾਂ ਕਹਿੰਦੀ ਕਿ ਪੰਜਾਬ ਦੇ ਵਿੱਚ ਧਰਨਾ ਮੁਕਤ ਸਰਕਾਰ ਹੋਵੇਗੀ, ਕੀ ਹੋਈ? ਬਿਲਕੁਲ ਨਹੀਂ ਧਰਨਾ, ਹਰ ਰੋਜ਼ ਧਰਨੇ ਤੇ ਧਰਨਾ, ਟੀਚਰਾਂ ਦੇ ਧਰਨੇ, ਮੁਲਾਜ਼ਮਾਂ ਦੇ ਧਰਨੇ, ਮਜ਼ਦੂਰਾਂ ਦੇ ਧਰਨੇ, ਕਿਸਾਨਾਂ ਦੇ ਧਰਨੇ, ਹਰ ਰੋਜ਼ ਧਰਨਾ ਲੱਗ ਰਿਹਾ, ਕਿਉਂਕਿ ਹਰੇਕ ਜਮਾਤ ਜਿਹੜੀ ਹੈ ਉਹ ਲਤਾੜੀ ਪਈ ਹੈ, ਨਪੀੜੀ ਪਈ ਹੈ। ਔਰ ਉਹਨਾਂ 'ਚੋਂ ਸਭ ਤੋਂ ਜਿਹੜੀ ਹਾਸ਼ੀਏ ਤੇ ਕੀਤੀ ਹੋਈ ਜਮਾਤ ਹੈ ਉਹ ਮਜ਼ਦੂਰ ਜਮਾਤ ਹੈ। ਔਰ ਸਰਕਾਰ ਆਪਣੇ ਅਫਸਰ ਅਲੱਗ-ਅਲੱਗ ਲੈ ਕੇ ਆਉਂਦੀ ਹੈ, ਇਸ ਵਾਰ ਵੀ ਹੋਇਆ। ਉਹੀ ਬਾਹਾਂ ਹੈ, ਉਹੀ ਘੋੜਾ ਹੈ। ਇਹ ਕਹਿੰਦੇ ਵੀ ਰਿਸ਼ਵਤ ਨਹੀਂ ਚੱਲਦੀ। ਹਰੇਕ ਥਾਣੇ ਦੇ ਵਿੱਚ, ਕਿਸੇ ਕਚਹਿਰੀ 'ਚ, ਕਿਸੇ ਤਹਿਸੀਲ 'ਚ, ਕਿਤੇ ਮਰਜ਼ੀ ਚਲੇ ਜਾਓ, ਪੈਸੇ ਤੋਂ ਬਿਨਾਂ ਕਿਤੇ ਵੀ ਕੰਮ ਨਹੀਂ ਹੁੰਦਾ। ਇਹ ਜ਼ਰੂਰ ਹੈ ਕਿ ਇਹਨਾਂ ਨੇ 2-4 ਮੁਲਾਜ਼ਮ ਡਿਸਮਿਸ ਕੀਤੇ ਹੈ ਜਾਂ ਬਦਲ ਦਿੱਤੇ ਹੈ ਜਾਂ ਸਸਪੈਂਡ ਕਰਤੇ, ਟਰਮੀਨੇਟ ਕਰਤੇ, ਉਹ ਕਰਤੇ ਹੋ ਗਏ, ਪਰ ਉਹ ਉਸੇ ਤਰ੍ਹਾਂ ਹੀ ਚੱਲ ਰਿਹਾ। ਕਚਹਿਰੀਆਂ 'ਚ, ਤਹਿਸੀਲਾਂ 'ਚ ਉਸੇ ਤਰ੍ਹਾਂ ਚੱਲ ਰਿਹਾ। ਥਾਣੇ 'ਚ ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ ਹੁੰਦਾ, ਬਿਲਕੁਲ ਕੁਝ ਨਹੀਂ ਬਦਲਿਆ। ਸਰਕਾਰ ਦੀ ਮਜਬੂਰੀ ਸਰ, ਕੀ ਨਾਮ ਤੁਹਾਡਾ, ਕਿਹੜੀ ਜਥੇਬੰਦੀ ਹੈ? ਮੇਰਾ ਨਾਮ ਲਖਵੰਤ ਕਿਰਤੀ ਹੈ ਜੀ। ਮੈਂ ਸੂਬਾ ਕਮੇਟੀ ਮੈਂਬਰ ਪਿੰਡੂ ਮਜ਼ਦੂਰ ਪੰਜਾਬ। ਸਰ, ਤੁਸੀਂ ਮੁਕਤੀ ਮੀਨਾਰ ਇਕੱਠੇ ਹੋ, ਕੀ ਕਰਨਾ ਤੁਹਾਨੂੰ ਬਾਰ-ਬਾਰ ਇਕੱਠੇ ਹੋਣਾ ਪੈਂਦਾ? ਅੱਜ ਪੂਰੇ ਪੰਜਾਬ ਦੇ ਵਿੱਚ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਤੇ ਉਹ ਡੀਸੀ ਦਫ਼ਤਰਾਂ ਤੇ ਇੱਕ ਦਿਨ ਦਾ ਧਰਨਾ ਦੇ ਕੇ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਆ, ਕਿਉਂਕਿ ਜਿਹੜੀ ਸਰਕਾਰ, ਮੌਜੂਦਾ ਸਰਕਾਰ ਜਦੋਂ ਸੱਤਾ 'ਚ ਆਈ ਆ, ਉਹ ਪਹਿਲੀ ਵਾਰ ਪੰਜਾਬ 'ਚ ਇਹ ਹੋਇਆ ਕਿ ਬਿਨਾਂ ਮਨੋਰਥ ਪੱਤਰ ਜਾਰੀ ਕੀਤੇ ਕਿਸੇ ਸਰਕਾਰ ਨੂੰ ਬਹੁਮਤ ਮਿਲਿਆ। ਪਰ ਇਹ ਸਰਕਾਰ ਨੇ ਇੰਨੀ ਸ਼ਰਮਨਾਕ ਕਰਤੂਤਾਂ ਕੀਤੀਆਂ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਲੋਕ ਜਿਹੜੇ ਰੋਟੀ ਤੋਂ ਆਤਰ ਹੋਏ ਬੈਠੇ ਆ, ਉਹਨਾਂ ਕੋਲੇ ਕੋਈ ਰੁਜ਼ਗਾਰ ਨਹੀਂ ਹੈ। ਪਰ ਸਰਕਾਰ ਦੀ ਕਿਸੇ ਏਜੰਡੇ ਤੇ ਇਹ ਗੱਲ ਨਹੀਂ ਹੈ ਕਿ ਲੋਕਾਂ ਨੂੰ ਰੁਜ਼ਗਾਰ ਦੇਣਾ। ਲੋਕਾਂ ਕੋਲ ਰੋਟੀ ਖਾਣ ਦੇ ਲਈ ਪੈਸਾ ਨਹੀਂ ਹੈ। ਲੋਕ ਗੰਭੀਰ ਬਿਮਾਰੀਆਂ ਦੇ ਨਾਲ ਉਹ ਜੂਝ ਕੇ ਮਰ ਰਹੇ ਆ। ਸਿਹਤ ਜਿਹੜੀਆਂ ਸਹੂਲਤਾਂ ਉਹਨਾਂ ਦਾ ਬੜਾ ਬੁਰਾ ਹਾਲ ਆ, ਔਰ ਲੋਕਾਂ ਦੇ ਮੀਂਹ ਦੇ ਕਾਰਨ ਘਰ ਡਿੱਗ ਰਹੇ ਆ, ਮਜ਼ਦੂਰਾਂ ਦੇ ਘਰ ਟਹਿ ਰਹੇ ਆ, ਲੋਕ ਉਹਨਾਂ ਮਕਾਨਾਂ ਦੇ ਹੇਠਾਂ ਆ ਕੇ ਮਰ ਰਹੇ ਆ। ਪਰ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਉਹਨਾਂ ਦਾ ਕਿਸੇ ਨੇ ਅੱਜ ਤੱਕ ਹਾਲ ਵੀ ਆ ਕੇ ਨਹੀਂ ਪੁੱਛਿਆ। ਇਸ ਕਰਕੇ ਅੱਜ ਅਸੀਂ ਇਸ ਸਰਕਾਰ ਨੂੰ ਮੰਗ ਪੱਤਰ ਦੇ ਕੇ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਭਾਈ ਜਿਹੜੇ ਮਜ਼ਦੂਰਾਂ ਦੀਆਂ ਸਮੱਸਿਆਵਾਂ, ਰੁਜ਼ਗਾਰ, ਰੋਟੀ ਤੇ ਜਿਹੜੀਆਂ ਸਿਹਤ ਸਹੂਲਤਾਂ ਔਰ ਜਿਹੜਾ ਪਾਣੀ ਦਾ ਮਸਲਾ ਔਰ ਹੋਰ ਬੜੇ ਗੰਭੀਰ ਮੁੱਦੇ ਆ, ਕਰਜ਼ਾ ਮਾਫੀ ਦਾ ਸਵਾਲ ਜਿਹੜਾ ਸਭ ਤੋਂ ਵੱਡਾ, ਔਰ ਪੰਚਾਇਤੀ ਜ਼ਮੀਨਾਂ ਦਾ ਸਵਾਲ ਆ, ਜਿਹੜਾ ਇਹਨਾਂ ਸਵਾਲਾਂ ਤੇ ਸਰਕਾਰ ਜਲਦੀ ਤੋਂ ਜਲਦੀ ਕੋਈ ਹੱਲ ਕੱਢੇ। ਨਹੀਂ ਤਾਂ ਅਸੀਂ ਜੋ ਪੰਜਾਬ ਦਾ ਸੱਦਾ ਆਊਗਾ, ਸਾਂਝੇ ਮੋਰਚੇ ਦੀ ਜਿਹੜੀ ਸੂਬਾ ਕਮੇਟੀ ਜੋ ਫੈਸਲਾ ਕਰੇਗੀ, ਅਸੀਂ ਉਹ 'ਤੇ ਫੁੱਲ ਚੜਾਵਾਂਗੇ। ਵੱਧ ਚੜ੍ਹ ਕੇ ਤਿੱਖੇ ਤੋਂ ਤਿੱਖਾ ਸੰਘਰਸ਼ ਲੜਨ ਲਈ ਤਿਆਰ ਹਾਂ। ਸਰ, ਕੀ ਨਾਮ ਤੁਹਾਡਾ, ਕਿਹੜੀ ਜਥੇਬੰਦੀ? ਮੇਰਾ ਨਾਮ ਗੁਰਜੰਟ ਸਿੰਘ ਹੈ। ਮੈਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਕਾਰਜਕਾਰੀ ਪ੍ਰਧਾਨ ਹਾਂ, ਜ਼ਿਲ੍ਹਾ ਪ੍ਰਧਾਨ ਹੈ। ਜੋ ਧਰਨਾ ਲੱਗਿਆ ਹੋਇਆ ਮੁਕਤੀ ਮੀਨਾਰ ਦੇ ਵਿੱਚ, ਇਸ ਤੋਂ ਬਾਅਦ ਤੁਸੀਂ ਕਿੱਥੇ ਜਾਓਗੇ ਤੇ ਕਿਹਨਾਂ ਨੂੰ ਮਿਲੋਗੇ? ਅੱਜ ਜੋ ਧਰਨਾ ਸਾਡਾ ਡੀਸੀ ਦਫ਼ਤਰ ਲੱਗਿਆ ਹੋਇਆ, ਇਸ ਧਰਨੇ ਤੋਂ ਬਾਅਦ ਅਸੀਂ ਇਹਨਾਂ ਨੂੰ 2:30 ਵਜੇ ਮੰਗ ਪੱਤਰ ਦੇਣ ਉਹਦੇ ਬਾਹਰ ਤੱਕ ਜਾਵਾਂਗੇ। ਉੱਥੇ ਉਹਨੂੰ ਦੇਵਾਂਗੇ ਤੇ ਗਾਂ ਦਾ ਅਗਲਾ ਐਲਾਨ ਕਰਾਂਗੇ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਇੱਕ ਵੱਡਾ ਸੰਘਰਸ਼ ਨੂੰ ਪਹਿਲ ਦੇਣ ਲੱਗੇ ਆ। ਆਉਣ ਵਾਲੇ ਦਿਨਾਂ 'ਚ ਫਿਰ ਲਗਾਤਾਰ ਅਸੀਂ ਇਹ ਸੰਘਰਸ਼ ਕਰਾਂਗੇ ਤੇ ਉਹ ਸੰਘਰਸ਼ ਵਿੱਢਿਆ ਜਾਊਗਾ, ਉਹਨੂੰ ਚੇਤਾਵਨੀ ਦੇਵਾਂਗੇ।